ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ ਹਾਜ਼ਰ ਹਜ਼ੂਰ ਜਾਹਰ ਜਬੂਰ ਚਵਰ ਤਖਤ ਸ਼ਕਰ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਰਹਿਬਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਮੁਕੱਦਸ ਚਰਨਾਂ ਦੇ ਵਿੱਚ ਹਾਜ਼ਰੀਨ, ਗੁਰੂ ਪਿਆਰੇ, ਗੁਰੂ ਸਵਾਰੇ, ਖਾਲਸਾ ਜੀਓ, ਸਤ ਸੰਗੀ ਜਨੋ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਅੰਮ੍ਰਿਤਮਈ ਰੂਹਾਨੀ ਬਾਣੀ ਸ਼ਰਵਣ ਕੀਤੀ ਹੈ। ਉਪਰੰਤ ਸਮਾਂ ਹੈ ਗੁਰਬਾਣੀ ਵਿਗਿਆਨ ਦਾ, ਚੱਲਦੇ ਹੋਏ ਪ੍ਰਕਰਨ ਨੂੰ ਅੱਗੇ ਤੋਰਨ ਦਾ। ਕੱਲ੍ਹ ਦਾ ਪਾਵਨ ਸ਼ਬਦ ਜੋ ਆਪਾਂ ਸਾਂਝਾ ਕਰ ਰਹੇ ਸੀ, ਉਸੇ ਹੀ ਲੜੀਵਾਰ ਪ੍ਰਕਰਨ ਦੇ ਮੁਤਾਬਕ ਅਗਲਾ ਸ਼ਬਦ ਭਗਤ ਸ਼੍ਰੋਮਣੀ ਭਗਤ ਕਬੀਰ ਸਾਹਿਬ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਆਓ ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਗੁਰਚਰਨਾਂ ਦੇ ਵਿਚਾਰ ਕਰਕੇ ਜੁੜ ਕਰਕੇ ਬੈਠੀਏ, ਤਾਂ ਕਿ ਸਮਾਂ ਸਾਡਾ ਲੇਖੇ ਵਿੱਚ ਲੱਗ ਸਕੇ। ਇੱਕੋ ਆਵਾਜ਼ ਦੇ ਵਿੱਚ ਸਾਰਿਆਂ ਨੇ ਬੋਲਣਾ ਹੈ, ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਬਦ ਜੋ ਪਿਛਲੇ ਹੀ ਸ਼ਬਦ ਨੂੰ ਨਿਰੂਪਣ ਕਰਦਾ ਹੈ, ਪਿਛਲੇ ਸ਼ਬਦ ਦੀ ਪ੍ਰੋੜਤਾ ਕਰਦਾ ਹੈ। ਪਿਛਲੇ ਸ਼ਬਦ ਵਿੱਚ ਅਸੀਂ ਪੜ੍ਹਿਆ, ਬਾਬਾ ਕਬੀਰ ਸਾਹਿਬ ਦੇ ਪਾਵਨ ਰਸਨਾ ਦੇ ਵਿੱਚੋਂ ਸ਼੍ਰਵਣ ਕੀਤਾ, ਕਬੀਰ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਉਹ ਕਹਿੰਦੇ ਨੇ ਜਿਸ ਅੱਗ ਨੇ ਸਮੁੱਚੇ ਸੰਸਾਰ ਨੂੰ, ਮਾਇਆ ਦੀ ਅਗਨੀ ਨੇ ਸਮੁੱਚੇ ਸੰਸਾਰ ਨੂੰ ਸਾੜਿਆ ਹੋਇਆ ਹੈ, ਉਸ ਅੱਗ ਤੋਂ ਬਚਣ ਦਾ ਤਰੀਕਾ ਹੈ ਕਬੀਰ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਸਾੜਿਆ ਸੋ ਜਨ ਕੇ ਉਦਕ ਸਮਾਨ। ਉਹ ਕਹਿੰਦੇ ਉਹ ਲੋਕ ਜਿਨ੍ਹਾਂ ਨੇ ਬ੍ਰਹਮ ਦਾ ਗਿਆਨ, ਜਿਨ੍ਹਾਂ ਨੇ ਇਸ ਕਾਇਨਾਤ ਦੇ ਨਿਯਮ ਨੂੰ ਸਮਝ ਲਿਆ, ਜਿਨ੍ਹਾਂ ਨੇ ਕੁਦਰਤ ਦੇ ਨਿਜ਼ਾਮ ਨੂੰ ਜਾਣ ਲਿਆ, ਉਸ ਪਰਮਾਤਮਾ ਦੇ ਉਸ ਬ੍ਰਹਮ ਦੇ ਸਰੂਪ ਨੂੰ ਪਹਿਚਾਣ ਲਿਆ, ਚੀਨ ਲਿਆ, ਉਹਨਾਂ ਲੋਕਾਂ ਵਾਸਤੇ ਇਹ ਸੰਸਾਰ ਜਿਹੜਾ ਹੈਗਾ ਸੱਚੇ ਪਰਮਾਤਮਾ ਦੀ ਕੋਠੜੀ ਪ੍ਰਤੀਤ ਹੁੰਦਾ ਹੈ। ਤੇ ਜਿਨ੍ਹਾਂ ਲੋਕਾਂ ਨੇ ਇਸ ਨਿਯਮ ਨੂੰ ਨਹੀਂ ਪਹਿਚਾਣਿਆ, ਉਹਨਾਂ ਵਾਸਤੇ ਸੰਸਾਰ ਸੜਦੀ ਹੋਈ ਮਾਇਆ ਦਾ ਇੱਕ ਪੱਟ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਦੋ ਰੂਪਾਂ ਦੇ ਵਿੱਚ ਹੀ ਨਹੀਂ, ਹਜ਼ਾਰਾਂ ਰੂਪਾਂ ਦੇ ਵਿੱਚ ਸਾਡੇ ਸਨਮੁਖ ਰੱਖਿਆ ਹੈ। ਕਿਤੇ ਤਾਂ ਸਤਿਗੁਰੂ ਕਹਿੰਦੇ ਨੇ ਕਿ ਹਰ ਕਾ ਬਾਗਰਾ ਨਾਚੈ ਪਿੰਨੀ ਮੈਂ ਸਾਗਰਾ। ਇਹ ਸੰਸਾਰ ਜਿਹੜਾ ਹੈਗਾ ਉਸ ਪਰਮਾਤਮਾ ਦਾ ਬਾਗ ਹੈ। ਫਿਰ ਕਿਤੇ ਸਾਹਿਬ ਪਾਤਸ਼ਾਹ ਨੇ ਇਸ ਸੰਸਾਰ ਨੂੰ ਜਿਉਂ ਉਦਿਆਨ ਕੁਸੁਮ ਪ੍ਰਫੁੱਲਤ ਉਦਿਆਨ ਵੀ ਕਿਹਾ ਹੈ, ਜੰਗਲ ਵੀ ਕਿਹਾ ਹੈ। ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਸਮੁੰਦਰ ਵੀ ਕਿਹਾ ਹੈ, ਤੇ ਕਿਤੇ ਸੰਸਾਰ ਨੂੰ ਤਪਦਾ ਹੋਇਆ ਸਮੁੰਦਰ ਵੀ ਕਿਹਾ ਹੈ। ਸੰਸਾਰ ਨੂੰ ਮਾਰੂਥਲ ਦੇ ਨਾਲ ਵੀ ਤਸਵੀਰ ਦਿੱਤੀ ਹੈ ਕਿ ਇਹ ਸੰਸਾਰ ਤਪਦਾ ਹੋਇਆ ਮਾਰੂਥਲ ਵੀ ਹੈ। ਪਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਇਹ ਜਗ ਸੱਚੇ ਕੀ ਹੈ ਕੋਠੜੀ ਵੀ ਕਿਹਾ ਹੈ ਕਿ ਉਹ ਸੱਚੇ ਕਾ ਵਿਚਵਾਸ। ਇੱਕ ਸੰਸਾਰ ਦਾ ਜੰਗਲ ਰੂਪ ਹੈ, ਜੰਗਲ ਦਾ ਰੂਪ, ਉਦਿਆਨ ਦਾ ਰੂਪ। ਉਹ ਕਿਹੜਾ ਰੂਪ ਹੈ? ਜਦੋਂ ਮਨੁੱਖ ਦਾ ਅੰਦਰ ਆਪਣੇ ਆਪੇ ਵਿੱਚ ਉਲਝ ਜਾਂਦਾ ਹੈ, ਹਉਂ ਦੀ, ਮੈਂ ਦੀ, ਹੰਗਤਾ ਦੀ ਹਨੇਰੀ ਚਾਰ ਸਪੇਰੇ ਝੁੱਲ ਜਾਂਦੀ ਹੈ, ਵਿਕਾਰਾਂ ਦਾ ਤਾਣਾ ਬਾਣਾ, ਵਿਕਾਰਾਂ ਦਾ ਜਾਲ ਚਾਰ ਸਪੇਰੇ ਜਦੋਂ ਬੰਦੇ ਦੇ ਫੈਲ ਜਾਂਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਜੰਗਲ ਵਰਗਾ ਹੈ। ਹੁਣ ਦੇਖੋ, ਦੋਵਾਂ ਦੇ ਵਿੱਚ ਫਰਕ ਕੋਈ ਨਹੀਂ ਹੈ। ਜਿਹੜੇ ਪੌਦੇ ਜਿਹੜੇ ਬਗੀਚੇ ਦੇ ਵਿੱਚ ਲੱਗੇ ਨੇ, ਜਿਹੜੇ ਫੁੱਲ ਬਗੀਚੇ ਵਿੱਚ ਲੱਗੇ ਨੇ, ਉਹ ਅਸਲ ਦੇ ਵਿੱਚੋਂ ਜੰਗਲ 'ਚੋਂ ਹੀ ਆਏ ਨੇ। ਜਿੰਨੀਆਂ ਵੇਲਾਂ ਸਾਡੇ ਅਸੀਂ ਘਰਾਂ ਦੇ ਵਿੱਚ ਪੌਦਿਆਂ ਨੂੰ ਦੇ ਵਿੱਚ ਵਰਤਦੇ ਹਾਂ, ਇਹ ਅਸਲ ਦੇ ਵਿੱਚ ਜੰਗਲ ਦੇ ਜੀਵ ਪੌਦੇ ਨੇ। ਪਰ
ਕੀ ਕੀਤਾ, ਕਿਸੇ ਸਿਆਣੇ ਮਾਲੀ ਨੇ ਉਹਨਾਂ ਨੂੰ ਤਰਤੀਬ ਦੇ ਦਿੱਤੀ। ਬੜੇ ਵਧੀਆ ਢੰਗ ਦੇ ਨਾਲ ਉਹਨਾਂ ਬੂਟਿਆਂ ਨੂੰ, ਛੋਟੇ ਬੂਟਿਆਂ ਨੂੰ ਆਪਣੀ ਥਾਂ 'ਤੇ, ਵੱਡੇ ਬੂਟਿਆਂ ਨੂੰ ਆਪਣੀ ਥਾਂ 'ਤੇ, ਵੇਲ ਨੂੰ ਨਿਸ਼ਚਿਤ ਜਗ੍ਹਾ 'ਤੇ ਲਾਇਆ ਗਿਆ। ਵੇਲਾਂ ਨੂੰ ਆਪਣਾ ਆਕਾਰ ਦਿੱਤਾ ਗਿਆ। ਤਾਂ ਜਿਸ ਤਰ੍ਹਾਂ ਦਾ ਪੌਦਾ ਸੀ ਉਹਨੂੰ ਉਸੇ ਤਰ੍ਹਾਂ ਦੇ ਮੌਸਮ ਵਿੱਚ, ਉਸੇ ਤਰ੍ਹਾਂ ਦੇ ਥਾਂ ਦੇ ਉੱਤੇ ਜਦੋਂ ਮਾਲੀ ਨੇ ਸਜਾ ਦਿੱਤਾ ਤਾਂ ਉਹ ਬਣ ਗਿਆ ਇੱਕ ਬਾਗ। ਬਾਗ ਦੇ ਵਿੱਚ ਹਨ ਪੌਦੇ, ਪਰ ਸਾਰੇ ਤਰਤੀਬ ਅਨੁਸਾਰ ਨੇ। ਬਾਗ ਵਿੱਚ ਜੇ ਕੰਡੇ ਡਿੱਗਦੇ ਨੇ ਤਾਂ ਮਾਲੀ ਉਹਨਾਂ ਕੰਡਿਆਂ ਨੂੰ ਨਾਲ ਦੀ ਨਾਲ ਚੁੱਕਦਾ ਹੈ। ਬਾਗ ਦੇ ਵਿੱਚ ਜੇ ਧਰਤੀ 'ਤੇ ਪੱਤੇ ਡਿੱਗਦੇ ਨੇ ਤਾਂ ਮਾਲੀ ਉਹਨਾਂ ਪੱਤਿਆਂ ਨੂੰ ਸਾਫ਼ ਕਰ ਦਿੰਦਾ ਹੈ। ਇਸ ਕਰਕੇ ਬਾਗ ਸੋਹਣਾ ਲੱਗਦਾ ਹੈ, ਸਜਿਆ ਹੋਇਆ। ਪਰ ਦੂਜੇ ਪਾਸੇ ਜੰਗਲ ਦੇ ਵਿੱਚ ਜੇ ਥੱਲੇ ਕੰਡੇ ਡਿੱਗ ਪੈਣ ਤਾਂ ਉਹਨਾਂ ਕੰਡਿਆਂ ਨੂੰ ਮਾਲੀ ਸਾਫ਼ ਨਹੀਂ ਕਰ ਸਕਦਾ, ਕਿਉਂਕਿ ਉੱਥੇ ਉਹਨੂੰ ਸਾਫ਼ ਕਰਨ ਵਾਲਾ ਕੋਈ ਮਾਲੀ ਨਹੀਂ ਹੈ। ਜੰਗਲ ਦੇ ਵਿੱਚ ਕੋਈ ਪੱਤੇ ਡਿੱਗਦੇ ਨੇ ਅਤੇ ਉਹਨਾਂ ਪੱਤਿਆਂ ਨੂੰ ਵੀ ਕੋਈ ਸਾਫ਼ ਨਹੀਂ ਕਰਦਾ। ਅਤੇ ਫਿਰ ਅਖੀਰ ਜੰਗਲ ਦੇ ਵਿੱਚ ਜਿਹੜੇ ਰੁੱਖ ਨੇ ਉਹਨਾਂ ਦੇ ਉੱਤੇ ਜਿਹੜੀਆਂ ਲੱਕੜਾਂ ਜਿਹੜੀਆਂ ਸੁੱਕ ਜਾਂਦੀਆਂ ਨੇ, ਸੁੱਕੜਾ ਪੈ ਜਾਂਦਾ ਹੈ, ਉਹ ਲੱਕੜਾਂ ਨੂੰ ਅੱਗ ਲੱਗ ਕੇ ਫਿਰ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਥੱਲੇ ਪਏ ਹੋਏ ਪੱਤੇ ਅਤੇ ਕੰਡੇ ਹੀ ਜੰਗਲ ਨੂੰ ਸਾੜਦੇ ਰਹਿੰਦੇ। ਜੰਗਲ ਦੀ ਅੱਗ ਦਾ ਵੱਡਾ ਨਾ ਬੁਝਣ ਦਾ ਕਾਰਨ ਇਹ ਹੁੰਦਾ ਹੈ ਕਿ ਉਹਦੇ ਵਿੱਚ ਬਾਲਣ ਦੀ ਬਹੁਤਾਤ ਹੁੰਦੀ ਹੈ, ਉਹਦੇ ਅੰਦਰ ਸਫਾਈ ਨਹੀਂ ਹੁੰਦੀ। ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਕੋਈ ਮਨੁੱਖ ਗੁਰੂ ਮਾਲੀ ਨੂੰ ਆਪਣਾ ਜੀਵਨ ਸੌਂਪ ਦਿੰਦਾ ਹੈ ਤਾਂ ਗੁਰੂ ਮਾਲੀ ਕੀ ਕਰਦਾ ਹੈਗਾ, ਇਹਦੇ ਅੰਦਰੋਂ ਵਿਕਾਰਾਂ ਦੇ ਪੱਤੇ ਹੂੰਝਦਾ ਰਹਿੰਦਾ ਹੈ। ਵਿਕਾਰਾਂ ਦੇ ਪੱਤੇ ਕੀ, ਜਿਹੜੇ ਫਾਲਤੂ ਦੇ ਵਿਚਾਰ, ਕਿਉਂਕਿ ਰੁੱਖ ਨੂੰ ਉਸ ਪੱਤੇ ਦਾ ਲਾਭ ਹੈ ਜਿਹੜਾ ਰੁੱਖ ਦੇ ਨਾਲ ਜੁੜਿਆ ਹੈ ਅਤੇ ਜਿਹੜਾ ਉਸ ਨੂੰ ਜੀਵਨ ਦੇ ਰਿਹਾ ਹੈ। ਜਿਹੜਾ ਪੱਤਾ ਟੁੱਟ ਕੇ ਡਿੱਗ ਪਿਆ ਉਹਦਾ ਰੁੱਖ ਨਾਲ ਕੋਈ ਸੰਬੰਧ ਨਹੀਂ ਰਿਹਾ। ਉਸੇ ਤਰ੍ਹਾਂ ਆਹ ਸਾਡਾ ਜੀਵਨ ਵੀ ਇੱਕ ਰੁੱਖ ਹੈ ਅਤੇ ਇਸ ਰੁੱਖ ਦੇ ਵਿੱਚ ਜਿਹੜੇ ਵਿਚਾਰਾਂ ਨੇ ਸਾਡੇ ਅੰਦਰ ਜੀਵਨ ਦੀ ਰੌਂ ਪੈਦਾ ਕਰਨੀ ਹੈ, ਉਹ ਵਿਚਾਰ ਤਾਂ ਹੋਣੇ ਚਾਹੀਦੇ ਨੇ, ਪਰ ਜਿਨ੍ਹਾਂ ਵਿਚਾਰਾਂ ਕਰਕੇ ਸਾਨੂੰ ਮਿਲਣਾ ਕੁਝ ਨਹੀਂ, ਜਿਨ੍ਹਾਂ ਵਿਚਾਰਾਂ ਦਾ ਸਾਨੂੰ ਕੋਈ ਲਾਭ ਨਹੀਂ ਹੈ, ਅਸੀਂ ਵਿਅਰਥ ਦੇ, ਜਿਹੜੇ ਕਹਿਣ ਦਾ ਭਾਵ ਜਿਵੇਂ ਰੁੱਖ ਤੋਂ ਝੜੇ ਹੋਏ ਪੱਤਿਆਂ ਦਾ ਰੁੱਖ ਨੂੰ ਕੋਈ ਲਾਭ ਨਹੀਂ, ਉਸੇ ਤਰ੍ਹਾਂ ਵਿਅਰਥ ਦੇ ਵਿਚਾਰਾਂ ਦਾ ਬੰਦੇ ਦੇ ਜੀਵਨ ਨੂੰ ਕੋਈ ਲਾਭ ਨਹੀਂ ਹੁੰਦਾ। ਪਰ ਬੰਦੇ ਨੇ ਆਪਣੇ ਚਾਰ ਸਪੇਰੇ ਦੇ ਵਿੱਚ ਵਿਅਰਥ ਦੇ, ਫਾਲਤੂ ਦੇ ਜਿਹੜੇ ਪਤਰਾਲ ਇਕੱਠੇ ਕਰ ਰੱਖੇ ਨੇ, ਇੰਨੇ ਵਿਚਾਰ ਇਕੱਠੇ ਕਰ ਰੱਖੇ ਨੇ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੈ, ਪਰ ਬੰਦਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ, ਕੌਨਸਨਟਰੇਟ, ਇਕਾਗਰਤਾ ਕਰਕੇ ਰੱਖਦਾ ਹੈ। ਅਤੇ ਉਹ ਵਿਚਾਰ ਹੀ ਮਨੁੱਖ ਨੂੰ ਕਈ ਵਾਰ ਸੁਲਗ ਪੈਂਦੇ ਨੇ, ਉਹਨਾਂ ਦੇ ਅੰਦਰ ਵਿਕਾਰਾਂ ਦੀ ਅੱਗ ਪੈਦਾ ਹੋ ਜਾਂਦੀ ਅਤੇ ਉਹ ਵਿਚਾਰ ਹੀ ਬੰਦੇ ਨੂੰ ਫਿਰ ਤਪਾਉਣਾ ਸ਼ੁਰੂ ਕਰ ਦਿੰਦੇ ਨੇ, ਉਹ ਵਿਚਾਰ ਹੀ ਝੁਲਸਦੇ ਨੇ। ਜਿਵੇਂ ਰਸਤੇ ਵਿੱਚ ਤੁਰਿਆ ਜਾਂਦਿਆਂ ਕਿਸੇ ਨੇ ਕੋਈ ਦੋ ਵਿਚਾਰ, ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ, ਦੇਖੋ ਪਰਮਾਤਮਾ ਨੇ ਜਦੋਂ ਸੰਸਾਰ ਦੇ ਉੱਤੇ ਮਨੁੱਖ ਨੂੰ ਭੇਜਿਆ ਹੈ ਅਤੇ ਹਰ ਇੱਕ ਬੰਦੇ ਦੇ ਕੋਲ ਕੋਈ ਗੁਣ ਨੇ। ਸਤਿਗੁਰੂ ਕਹਿੰਦੇ ਨੇ ਇਹ ਫਾਲਤੂ ਦੇ ਵਿਚਾਰ ਆਉਂਦੇ ਕਿੱਥੋਂ ਨੇ, ਕਿਸ ਤਰ੍ਹਾਂ ਦੇ ਨੇ ਵਿਚਾਰ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਜਦੋਂ ਪੁੱਛਦੇ ਹਾਂ ਅਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੁਝ ਵਿਚਾਰ ਤਾਂ ਮਨੁੱਖ ਦੀ ਨਿੰਦਿਆ 'ਚੋਂ ਪੈਦਾ ਹੁੰਦੇ ਨੇ, ਕੁਝ ਉਸਤਤ ਦੇ ਵਿੱਚੋਂ, ਕੁਝ ਮਾਨ ਦੇ ਵਿੱਚੋਂ, ਕੁਝ ਅਭਿਮਾਨ ਦੇ ਵਿੱਚੋਂ। ਸਪੋਜ਼ ਰਸਤੇ ਵਿੱਚ ਤੁਰੇ ਜਾ ਰਹੇ ਹਾਂ, ਬੰਦੇ ਦੇ ਕੋਲ ਕੋਈ ਗੁਣ ਹੈ, ਪਰ ਕਿਸੇ ਨੇ ਉਸ ਗੁਣ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਦਿੱਤਾ ਅਤੇ ਮਨੁੱਖ ਦੇ ਅੰਦਰ ਇੱਕ ਨਵਾਂ ਵਿਚਾਰ ਜਨਮ ਲੈ ਲੈਂਦਾ ਹੈ। ਜਿਸ ਤਰ੍ਹਾਂ ਕੋਈ ਮਨੁੱਖ, ਉਹਨੇ ਕੋਈ ਦੋ ਚਾਰ ਸਿਆਣੀਆਂ ਗੱਲਾਂ ਕੀਤੀਆਂ ਅਤੇ ਸੁਣਨ ਵਾਲੇ ਲੋਕਾਂ ਨੇ ਕਹਿ ਦਿੱਤਾ ਵੀ ਬਹੁਤ ਵੱਡਾ ਗਿਆਨੀ ਹੈ। ਹੁਣ ਅੰਦਰ ਭਰਮ ਪੈਦਾ ਹੋ ਗਿਆ। ਦੋ ਚਾਰ ਗੱਲਾਂ ਸਿਆਣੀਆਂ ਕਰ ਲੈਣ ਦੇ ਨਾਲ ਮਨੁੱਖ ਨੂੰ ਅੰਦਰ ਇਹ ਭਰਮ ਪੈਦਾ ਹੋ ਗਿਆ ਵੀ ਗਿਆਨੀ ਹਾਂ। ਹੁਣ ਇਹ ਵਿਚਾਰ ਬਿਲਕੁਲ ਵਿਅਰਥ ਹੈ, ਇਹਦਾ ਕੋਈ ਮੁੱਲ ਜਿਹੜਾ ਕਾਰਨ ਨਹੀਂ ਹੈ, ਪਰ ਬੰਦੇ ਨੇ ਹੁਣ ਉਸ ਵਿਚਾਰ ਨੂੰ ਇੰਨਾ ਪਕੜ ਲਿਆ ਕਿ ਜਦੋਂ ਉਸ ਦੀ ਕੋਈ ਰਸਤੇ ਵਿੱਚ ਤੁਰਿਆ ਜਾਂਦਿਆਂ ਜਾਂ ਕਿਤੇ ਗੱਲ ਕਰਦਿਆਂ ਕੋਈ ਗੱਲ ਟੋਕਣ ਦਾ ਯਤਨ ਕਰਦਾ ਤਾਂ ਉਹ ਜਿਹੜਾ ਗਿਆਨੀ ਹੋਣ ਦਾ ਭਰਮ ਹੈ ਉਹ ਫਿਰ ਦੂਜਿਆਂ ਦੇ ਨਾਲ ਲੜਨ ਵਾਸਤੇ ਉਸ ਨੂੰ ਪ੍ਰੇਰਿਤ ਕਰਦਾ ਹੈ। ਕਿਉਂਕਿ ਅੰਦਰ ਇਹ ਵਿਚਾਰ ਪੈਦਾ ਹੋ ਗਿਆ ਵੀ ਫਲਾਣੇ ਬੰਦੇ ਨੇ ਮੈਨੂੰ ਬੜਾ ਗਿਆਨੀ ਕਿਹਾ ਸੀ ਅਤੇ ਅੱਜ ਕਿਸੇ ਬੰਦੇ ਨੇ ਮੈਨੂੰ ਮੂਰਖ ਕਹਿ ਦਿੱਤਾ, ਇਸ ਨੇ ਬੜੀ ਵੱਡੀ ਗਲਤੀ ਕੀਤੀ ਹੈ। ਫਿਰ ਇੱਥੋਂ ਦੁਸ਼ਮਣੀ ਅਤੇ ਮਿੱਤਰਤਾ ਸ਼ੁਰੂ ਹੁੰਦੀ ਹੈ। ਜਿਹੜਾ ਤਾਂ ਸਾਡੇ ਹੰਕਾਰ ਨੂੰ ਪੱਠੇ ਪਾਉਂਦਾ ਰਹਿੰਦਾ ਉਹ ਸਾਡਾ ਮਿੱਤਰ ਹੋ ਜਾਂਦਾ ਹੈ, ਅਤੇ ਜਿਹੜਾ ਸਾਡੇ ਔਗਣਾਂ ਨੂੰ ਸਾਡੇ ਸਾਹਮਣੇ ਕਰਨ ਦਾ ਯਤਨ ਕਰੇ ਫਿਰ ਉਹ ਸਾਡਾ ਦੁਸ਼ਮਣ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਵਿੱਚ ਇਹ ਚੀਜ਼ ਸਮਝਾਈ। ਉਹ ਕਹਿੰਦੇ ਸਭ ਤੋਂ ਪਹਿਲੀ ਬਿਮਾਰੀ ਮਨੁੱਖ ਨੂੰ ਇੱਥੋਂ ਸ਼ੁਰੂ ਹੁੰਦੀ ਜਦੋਂ ਕੋਈ ਸਾਡੀ ਝੂਠੀ ਉਸਤਤ ਕਰ ਦੇਵੇ, ਝੂਠੀ ਵਡਿਆਈ ਕਰ ਦੇਵੇ।
फिर कहने लगे दूजी बीमारी शुरू हो जाती। फिर जो झूठी वडियाई के नाल जिहड़ा असीं अपना खाका चित्र लिया, असीं अपने आप को बना के बह गए कि मैं ये हाँ। तो फिर साहब पातशाह कहते हैं फिर जो कोई साडी निंदिया कर दिंदा फिर उहदा सानूं बुरा लगता है। इसे करके सतगुरु कहते निंदिया तो बचने वास्ते पहला उस्तत तो बचना जरूरी है। फिर सतगुरु कहते हैं मनुख के कोल जिन्ने पदार्थ ने, हुण परमात्मा की बख्शिश ने सारे, ਉਹਦੀ ਦਿੱਤੀ ਹੋਈ ਦਾਤ है, पर ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਅਭਿਮਾਨ ਦੇ ਨਾਲ ਜਿਹੜਾ ਜੋੜ ਲੈਂਦੇ ਹਾਂ ਵੀ ਇਹ ਮੇਰੀਆਂ ਨੇ। ਤੇ ਜਦੋਂ ਮੇਰੇ ਦਾ ਭਾਵ ਅੰਦਰ ਪ੍ਰਗਟ ਹੁੰਦਾ, ਸਾਹਿਬ ਪਾਤਸ਼ਾਹ ਕਹਿੰਦੇ ਨੇ ਮੇਰੇ ਦਾ ਭਾਵ ਪ੍ਰਗਟ ਹੁੰਦਿਆਂ ਹੀ ਜਿਹੜੀਆਂ ਮੇਰੀਆਂ ਵਸਤੂਆਂ ਨੇ ਜਦੋਂ ਕੋਈ ਉਹਨਾਂ ਨੂੰ ਚੋਟ ਪਹੁੰਚਾਉਂਦਾ ਫਿਰ ਮੈਂ ਉਹਦੇ ਪਿੱਛੇ ਵੀ ਦੁਖੀ ਹੁੰਦਾ ਹਾਂ। ਮਾਨ ਤੇ ਅਪਮਾਨ, ਫਿਰ ਮੈਂ ਉਸ ਚੀਜ਼ ਨਾਲ ਆਪਣੇ ਮਾਨ ਤੇ ਅਪਮਾਨ ਨੂੰ ਜੋੜ ਕੇ ਬੈਠ ਜਾਂਦਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਦੇ ਅੰਦਰ ਵਿਅਰਥ ਦਾ ਲੋਭ ਪੈਦਾ ਹੋ ਜਾਂਦਾ। ਜੋ ਕੁਝ ਪਰਮਾਤਮਾ ਨੇ ਮਨੁੱਖ ਦੇ ਆਉਣ ਤੋਂ ਪਹਿਲਾਂ ਉਹਦੇ ਵਾਸਤੇ ਨਿਸ਼ਚਿਤ ਕੀਤਾ ਮਿਲਣਾ ਉਹੀ ਹੈ, ਪਰ ਬੰਦਾ ਯਤਨ ਕਰਦਾ ਹੈ ਕਿ ਮੈਨੂੰ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਤਾਂ ਇਸ ਲੋਭ ਦੀ ਦੌੜ ਦੇ ਵਿੱਚ ਜਿਹੜਾ ਮਨੁੱਖ ਦੇ ਲੋਭ ਨੂੰ ਰੋਕਣ ਦਾ ਯਤਨ ਕਰਦਾ ਉਹ ਵੀ ਦੁਸ਼ਮਣ ਹੋ ਜਾਂਦਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਦੇ ਅੰਦਰ ਪਰਮਾਤਮਾ ਨੇ ਇੱਕ ਰਵਣ ਸ਼ਕਤੀ ਪੈਦਾ ਕੀਤੀ ਹੈ। ਉਹ ਰਵਣ ਸ਼ਕਤੀ ਦੇ ਨਾਲ ਹਰ ਇੱਕ ਜੀਵ ਜੰਤੂ, ਮਨੁੱਖ, ਪਸ਼ੂ, ਪੰਛੀ, ਜਿੰਨਾ ਵੀ ਤੰਤਰ ਹੈ ਸਾਰੇ ਦਾ ਸਾਰਾ, ਉਹਦੇ ਨਾਲ ਇਹ ਸਾਰੀ ਕਾਇਨਾਤ ਵੱਧਦੀ ਹੈ। ਜਿਵੇਂ ਇਹਨੂੰ ਅਸੀਂ ਪ੍ਰਾਗਣ ਕਹਿ ਸਕਦੇ ਹਾਂ, ਪ੍ਰਜਨਨ ਕਿਰਿਆ ਕਹਿ ਸਕਦੇ ਹਾਂ। ਬੰਦੇ ਦੇ ਅੰਦਰ ਪੈਦਾ ਕੀਤੀ ਪਰਮਾਤਮਾ ਨੇ, ਪਸ਼ੂਆਂ ਦੇ ਵਿੱਚ ਪੈਦਾ ਕੀਤੀ, ਪੌਦਿਆਂ ਵਿੱਚ ਪ੍ਰਾਗਣ ਪੈਦਾ ਕੀਤਾ। ਅਤੇ ਇਹ ਸਭ ਕੁਝ ਜਿਹੜਾ ਪਰਮਾਤਮਾ ਨੇ ਪੈਦਾ ਕੀਤਾ ਹੈਗਾ, ਇਹਨੂੰ ਦੂਸਰੇ ਭਾਵ ਦੇ ਵਿੱਚ ਕਿਹਾ ਗਿਆ ਫਿਰ ਕਾਮ ਸ਼ਕਤੀ, ਸਮਰੱਥਾ, ਬੰਦੇ ਦੀ ਰਵਣ ਪਾਵਰ। ਉਸ ਚੀਜ਼ ਦੇ ਵਿੱਚ ਵੀ ਜਿਹੜਾ ਕੋਈ ਅੜਚਨ ਬਣਦਾ ਹੈਗਾ ਮਨੁੱਖ ਉਹਦੇ ਨਾਲ ਇੰਨਾ ਜੁੜ ਗਿਆ ਕਿ ਜਿਹੜਾ ਉਹਦੇ ਵਿੱਚ ਅੜਚਨ ਬਣਦਾ ਉਹ ਵੀ ਦੁਸ਼ਮਣ। ਫਿਰ ਇਸ ਪ੍ਰਾਗਣ ਦੇ ਵਿੱਚੋਂ ਜੋ ਕੁਝ ਪੈਦਾ ਹੋਇਆ ਉਹਦੇ ਨਾਲ ਲੋਭ ਬਣਾ ਕੇ ਬਹਿ ਗਿਆ ਬੰਦਾ, ਉਹਦੇ ਨਾਲ ਮੋਹ ਪੈਦਾ ਕਰ ਲਿਆ। ਅਤੇ ਜਿਹਦੇ ਨਾਲ ਮੋਹ ਪੈਦਾ ਹੋ ਗਿਆ ਜੇ ਉਸ ਨੂੰ ਕੋਈ ਚੋਟ ਮਾਰਦਾ ਹੈ ਤਾਂ ਫਿਰ ਵੀ ਦੁਸ਼ਮਣ। ਕਹਿਣ ਦਾ ਭਾਵ ਬੰਦੇ ਨੇ ਵਿਅਰਥ ਦਾ ਬਹੁਤ ਸਾਰਾ ਬੋਝ ਆਪਣੇ ਸਿਰ 'ਤੇ ਚੱਕ ਕੇ ਤੁਰਨਾ ਸ਼ੁਰੂ ਕਰ ਦਿੱਤਾ। ਬੰਦੇ ਨੇ ਇਹ ਸਮਝਣ ਦਾ ਯਤਨ ਨਹੀਂ ਕੀਤਾ। ਅੱਜ ਦੇ ਇਸ ਪਾਵਨ ਸ਼ਲੋਕ ਦੇ ਮੁਤਾਬਕ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਕਹਿੰਦੇ ਇਹ ਸਾਰੀ ਸਿਰਜਣਾ ਉਸ ਪਰਮਾਤਮਾ ਦੀ ਸੀ, ਉਸ ਸਿਰਜਣਹਾਰ ਦੀ ਸੀ। ਬੰਦੇ ਨੂੰ ਇਸ ਗੱਲ ਦੀ ਸਮਝ ਨਾ ਆ ਸਕੀ। ਸ਼ਬਦ ਵਰਤਦੇ ਨੇ ਕਬੀਰ ਸਾਰੀ ਸਿਰਜਣਹਾਰ ਕੀ। ਸਾਰੀ ਦਾ ਅਰਥ ਹੈਗਾ, ਅਸੀਂ ਪੰਜਾਬੀ ਦੇ ਵਿੱਚ ਸ਼ਬਦ ਵਰਤਦੇ ਹਾਂ ਉਸਾਰੀ, ਅਸਲ ਦੇ ਵਿੱਚ ਸ਼ਬਦ ਪੰਜਾਬੀ ਦਾ ਵੀ ਨਹੀਂ ਹੈ। ਉਸਰਨਾ ਸ਼ਬਦ ਜਿਹੜਾ ਹੈਗਾ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਆਇਆ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸਰਨਾ ਸ਼ਬਦ ਬਹੁਤ ਥਾਵਾਂ ਦੇ ਉੱਤੇ ਅੰਕਿਤ ਵੀ ਕੀਤਾ ਗਿਆ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਸਾਰੀ ਸਿਰਜਣਹਾਰ ਕੀ। ਕਬੀਰ ਸਾਰੀ ਸਿਰਜਣਹਾਰ ਕੀ। ਸਿਰਜਣਹਾਰ ਦਾ ਮਤਲਬ ਇਹਨੂੰ ਕੋਈ ਬਣਾਉਣ ਵਾਲਾ ਹੋਰ ਹੈ। ਬੰਦੇ ਦੇ ਅੰਦਰ ਇੱਕ ਹੰਕਾਰ ਪੈਦਾ ਹੋ ਗਿਆ ਕਿ ਜੋ ਕੁਝ ਬਣ ਰਿਹਾ ਇਹਨੂੰ ਮੈਂ ਬਣਾਉਣ ਵਾਲਾ ਹਾਂ। ਪਰ ਮਨੁੱਖ ਨੂੰ ਜਿਹਨੇ ਬਣਾਇਆ ਹੈ, ਜਿਹਦੇ ਦੁਆਰਾ ਮਨੁੱਖ ਬਣਿਆ ਹੈ, ਉਸੇ ਦੁਆਰਾ ਹੀ ਸਾਰੀ ਕਾਇਨਾਤ ਬਣੀ ਹੈ। ਅਤੇ ਮਨੁੱਖ ਜੋ ਕੁਝ ਬਣਾਉਂਦਾ ਹੈ ਉਹਦਾ ਸਾਰੇ ਦਾ ਸਾਰਾ ਸਿਹਰਾ ਮਨੁੱਖ ਨੂੰ ਸਿਰਜਣ ਵਾਲੇ ਪਰਮਾਤਮਾ ਦੇ ਸਿਰ ਜਾਂਦਾ ਹੈ। ਤਾਂ ਇਸ ਸ਼ਬਦ ਵਿੱਚ, ਅੱਜ ਦੇ ਸ਼ਬਦ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਰੀ ਸਿਰਜਣਹਾਰ ਕੀ। ਇਹ ਜਿਹੜੀ ਕਾਇਨਾਤ ਹੈ ਨਾ, ਜਿਹੜੀ ਸ੍ਰਿਸ਼ਟੀ ਚੁਗਿਰਦੇ ਵਿੱਚ ਨਜ਼ਰ ਆ ਰਹੀ ਹੈ, ਉਹ ਕਹਿੰਦੇ ਉਸ ਸਿਰਜਣਹਾਰ ਨੇ ਬਣਾਈ ਹੈ। ਤੂੰ ਉਹਦਾ ਇੱਕ ਬਹੁਤ ਛੋਟਾ ਜਿਹਾ ਅੰਸ਼ ਹੈ। ਉਸ ਸਿਰਜੀ ਹੋਈ ਕਾਇਨਾਤ ਦੇ ਵਿੱਚ ਤੂੰ ਬਹੁਤ ਛੋਟੇ ਪੱਧਰ 'ਤੇ ਟਰੈਵਲ ਕਰ ਰਿਹਾ। ਅਤੇ ਜੇਕਰ ਤੂੰ ਵਰਲਡ ਵਾਈਡ ਉਸ ਨੂੰ ਵੱਡੇ ਪੱਧਰ 'ਤੇ ਦੇਖੇਗਾ ਅਤੇ ਤੇਰਾ ਕੋਈ ਵਜੂਦ ਨਹੀਂ ਹੈ ਉਹਦੇ ਮੁਕਾਬਲੇ। ਤਾਂ ਤੂੰ ਉਹਦਾ ਇੱਕ ਹਿੱਸਾ ਹੈ। ਕੁਝ ਕੁ ਸਮਾਂ ਤੂੰ ਚੱਲਣਾ ਹੈ, ਫਿਰ ਤੂੰ ਡਿਸਟਰਾਏ ਹੋ ਕੇ ਨਵੇਂ ਰੂਪ ਦੇ ਵਿੱਚ ਆ ਜਾਣਾ ਹੈ। ਅਤੇ ਪਤਾ ਨਹੀਂ ਕਿੰਨੇ ਕੁ ਵਾਰੀ ਤੂੰ ਪਿਤਾ ਦੇ ਰੂਪ ਵਿੱਚ ਆਇਆ, ਪਰ ਤੂੰ ਆਪ ਨਹੀਂ ਸੀ ਆਇਆ, ਤੈਨੂੰ ਭੇਜਿਆ ਗਿਆ ਸੀ। ਪਤਾ ਨਹੀਂ ਕਿੰਨੇ ਕੁ ਜਿਹੜਾ ਹੈਗਾ ਗੁਰੂ ਦੇ ਰੂਪ ਵਿੱਚ, ਕਿਤੇ ਚੇਲਿਆਂ ਦੇ ਰੂਪ ਵਿੱਚ, ਕਿਤੇ ਉਸਤਾਦ ਦੇ ਰੂਪ ਵਿੱਚ, ਕਿਤੇ ਸ਼ਾਗਿਰਦ ਦੇ ਰੂਪ ਵਿੱਚ ਇਸ ਧਰਤੀ 'ਤੇ ਆਇਆ ਹੈ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤਿਆਂ ਕੇ ਗੁਰ, ਕੇਤਿਆਂ ਕੇ ਚੇਲੇ। ਇੱਕ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੋਰਸ ਪੜ੍ਹ ਰਿਹਾ ਸੀਗਾ
ਗੁਰਬਾਣੀ ਨੇ ਤਾਂ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲਾਂ ਕਹਿ ਦਿੱਤੀਆਂ ਨੇ। ਇੱਕ ਬੜਾ ਵੱਡਾ ਵਿਦਵਾਨ ਹੋਇਆ ਹੈਗਾ ਯੂਰਪੀਅਨ ਮੱਤ ਦਾ ਜਿਹੜਾ ਹੈਗਾ ਉਹ ਬਹੁਤ ਰਿਸਰਚ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਹੈ ਈਸਾਈ ਲੋਕ ਨੇ, ਜਿਹੜੇ ਕ੍ਰਿਸਚਨ ਲੋਕ ਨੇ, ਉਹਨਾਂ ਦਾ ਮੰਨਣਾ ਇਹ ਹੈਗਾ ਵੀ ਬੰਦਾ ਇੱਕ ਵਾਰੀ ਜਨਮ ਲੈਂਦਾ ਅਤੇ ਜੱਜਮੈਂਟ ਡੇ ਵਾਲੇ ਦਿਨ ਜਿਹੜੀ ਹੈਗੀ ਰੂਹ ਉਹਨੂੰ ਪੈਗੰਬਰ ਲੈ ਕੇ ਜਾਏਗਾ ਅਤੇ ਪਰਮਾਤਮਾ ਫਿਰ ਨਵੀਂ ਰੂਹ ਪੈਦਾ ਕਰਦਾ। ਇਹ ਉਹਨਾਂ ਦਾ ਕਨਸੈਪਸ਼ਨ ਵੀ ਇਹ ਸਾਰੀ ਦੀ ਸਾਰੀ ਤੁਸੀਂ ਪੜ੍ਹ ਕੇ ਦੇਖਿਓ ਕਿਤੇ, ਜਿਹੜੇ ਲੋਕ ਸੁਣਦੇ ਨੇ ਜਾਂ ਪੜ੍ਹਦੇ ਨੇ ਉਹਨਾਂ ਨੂੰ। ਉਹ ਕਹਿੰਦੇ ਨੇ ਜਦੋਂ ਬੱਚਾ ਮਾਤਾ ਦੇ ਉਰਦ ਵਿੱਚ ਵੱਡਾ ਹੋ ਰਿਹਾ ਹੁੰਦਾ, ਪਲ ਰਿਹਾ ਹੁੰਦਾ, ਉਹਨਾਂ ਦਾ ਮੰਨਣਾ ਹੈ, ਉਹ ਕਹਿੰਦੇ ਵੀ 4 ਮਹੀਨਿਆਂ ਬਾਅਦ ਰੂਹ ਜਿਹੜੀ ਹੈਗੀ ਉਹ ਪੂਰੀ ਹੋ ਜਾਂਦੀ ਹੈ ਅਤੇ ਉਹਦੇ ਵਿੱਚ ਰੂਹ ਜਿਹੜੀ ਪਨਪਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ ਗੁਰਬਾਣੀ ਇਹ ਮੰਨਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਇਹ ਸਿਧਾਂਤ ਦਿੱਤਾ ਹੈ ਕਿ ਜਿਸ ਦਿਨ ਮਾਤਾ ਦੇ ਉਰਦ ਵਿੱਚ ਬੱਚੇ ਦਾ ਜਨਮ ਹੋ ਗਿਆ, ਉਸ ਦਿਨ ਹੀ ਰੂਹ ਨੇ ਉਹਦੇ ਨਾਲ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਜਨਮ ਹੀ ਉਦੋਂ ਹੁੰਦਾ ਹੈ ਜਦੋਂ ਰੂਹ ਨਾਲ ਤੁਰਦੀ ਹੈ। ਪਰ ਉਹਨਾਂ ਨੇ ਇਹ ਚੀਜ਼ ਜਿਹੜੀ ਹੈਗੀ, ਉਹਨਾਂ ਨੇ ਇੱਕ ਜਨਮ ਅਤੇ ਪੁਨਰ ਜਨਮ ਨੂੰ ਨਹੀਂ ਮੰਨਦੇ। ਪਰ ਉਸ ਵਿਦਵਾਨ ਨੇ, ਉਹ ਐਲੋਪੈਥੀ ਦਾ ਕਾਫੀ ਮਾਹਰ ਸੀ, ਮਨੋਵਿਗਿਆਨ ਦਾ, ਮਿਸਟਰ ਸਿਗਮੰਡ ਫਰਾਇਡ ਉਹਦਾ ਨਾਂ ਸੀ। ਉਹਨੇ ਜਦੋਂ ਖੋਜ ਕੀਤੀ ਬੜਾ ਲੰਬਾ ਸਮਾਂ, ਤਾਂ ਉਹਨੇ ਇੱਕ ਕਿਤਾਬ ਲਿਖੀ, ਦਾ ਮੈਨੀ ਮਾਸਟਰ, ਦਾ ਮੈਨੀ ਲਾਈਫ। ਉਹ ਕਹਿੰਦੇ ਵੀ ਬੰਦਾ ਕਈ ਵਾਰੀ ਹੰਕਾਰ ਕਰਕੇ ਤੁਰਿਆ ਫਿਰਦਾ ਵੀ ਮੈਂ ਗੁਰੂ ਹਾਂ, ਮੈਂ ਵੱਡਾ ਹਾਂ, ਮੈਂ ਸਿਆਣਾ ਹਾਂ, ਕਿਉਂਕਿ ਇੱਥੇ ਇਹ ਵੀ ਹੈ ਨਾ ਕਿ ਹਰ ਇੱਕ ਮਨੁੱਖ ਸ਼ਾਗਿਰਦੀ ਤੋਂ ਪਹਿਲਾਂ ਉਸਤਾਦੀ ਵਾਲੇ ਪਾਸੇ ਨੂੰ ਤੁਰਦਾ ਹੈਗਾ। ਜਿਸ ਦਿਨ ਬੰਦੇ ਦੇ ਅੰਦਰ ਇੱਕ ਚੀਜ਼ ਪੈਦਾ ਹੋ ਗਈ ਨਾ, ਸਭ ਤੋਂ ਕੀਮਤੀ ਚੀਜ਼ ਜਿਹੜੀ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਤੋਂ ਬਿਨਾਂ ਬੰਦਾ ਤੁਰ ਨਹੀਂ ਸਕਦਾ ਸਿੱਖੀ ਦੇ ਰਸਤੇ 'ਤੇ। ਗੁਰੂ ਦੇ ਚਰਨਾਂ ਵਿੱਚ ਆ ਕੇ ਨਾ ਜਿਸ ਦਿਨ ਅਸੀਂ ਇਹ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਭੁੱਲਣਹਾਰ ਹਾਂ, ਸਾਡਾ ਜੀਵਨ ਉਸੇ ਦਿਨ ਹੀ ਸਿੱਖੀ ਦਾ ਸ਼ੁਰੂ ਹੋਏਗਾ। ਜਿੰਨੀ ਦੇਰ ਤੱਕ ਅਸੀਂ ਇਹ ਸੋਚਦੇ ਨਾ ਮੈਂ ਕੋਈ ਭੁੱਲ ਨਹੀਂ ਕਰਦਾ, ਮੈਂ ਗਲਤੀ ਨਹੀਂ ਕਰ ਸਕਦਾ, ਮੇਰੇ ਵਿੱਚ ਕੋਈ ਔਗਣ ਨਹੀਂ, ਉਨੀ ਦੇਰ ਤੱਕ ਸਿੱਖੀ ਨਹੀਂ ਸ਼ੁਰੂ ਹੋ ਸਕਦੀ। ਦੁਨੀਆ ਦੇ ਉੱਤੇ ਜਿਹੜੇ ਲੋਕਾਂ ਨੇ ਤਰੱਕੀ ਕੀਤੀ ਹੈ, ਉਹਨਾਂ ਲੋਕਾਂ ਦੇ ਵਿੱਚ ਇੱਕ ਖਾਸ ਗੱਲ ਸੀਗੀ, ਕਿਸੇ ਵੀ ਖਿੱਤੇ ਵਿੱਚ ਉਹਨਾਂ ਨੇ ਆਪਣੀ ਗਲਤੀ ਨੂੰ ਮੰਨਿਆ। ਕਿਉਂਕਿ ਜਦੋਂ ਕੋਈ ਮਨੁੱਖ ਆਪਣੀ ਗਲਤੀ ਨੂੰ ਮੰਨਣਾ ਸ਼ੁਰੂ ਕਰਦਾ ਨਾ, ਉਦੋਂ ਹੀ ਉਹ ਮਨੁੱਖ ਕੁਝ ਸਿੱਖਣ ਦਾ ਯਤਨ ਕਰੇਗਾ। ਜਿਹੜਾ ਬੰਦਾ ਗਲਤੀ ਨਹੀਂ ਮੰਨਦਾ ਉਹ ਕਦੇ ਸਿੱਖੇਗਾ ਨਹੀਂ। ਇਹ ਨੁਕਤਾ ਹੈ। ਜਿਹੜਾ ਕਹਿੰਦਾ ਨਾ ਮੈਂ ਗਲਤ ਹੋ ਹੀ ਨਹੀਂ ਸਕਦਾ, ਮੈਂ ਤਾਂ ਠੀਕ ਹਾਂ, ਜੋ ਮੈਂ ਕਹਿ ਦਿੱਤਾ ਸੋ ਕਹਿ ਦਿੱਤਾ, ਉਹ ਮਨੁੱਖ ਦਾ ਉਮਰ ਤੱਕ ਕੁਝ ਨਹੀਂ ਸਿੱਖ ਸਕਦਾ। ਸਿੱਖਣ ਵਾਸਤੇ ਗਲਤੀ ਮੰਨਣੀ ਜ਼ਰੂਰੀ ਹੈ। ਜਿੱਥੇ ਇੱਕ ਉਸਤਾਦ ਤੋਂ ਇੱਕ ਸ਼ਾਗਿਰਦ ਸਿੱਖਦਾ ਹੈ, ਅਤੇ ਜੇ ਸ਼ਾਗਿਰਦ ਉਸਤਾਦ ਤੋਂ ਸਿਖਾਏ ਹੋਏ ਸਬਕ ਨੂੰ ਆਪਣੀ ਗਲਤੀ ਦੇ ਨਾਲ ਐਨਾਲਿਸਿਸ ਕੰਪੈਰੀਜ਼ਨ ਕਰਕੇ ਆਪਣੀ ਗਲਤੀ ਨੂੰ ਸੁਧਾਰਦਾ ਹੈ, ਤਾਂ ਉਹ ਸ਼ਾਗਿਰਦ ਤਾਂ ਕਾਮਯਾਬ ਹੋ ਜਾਏਗਾ। ਜਿਹੜਾ ਸ਼ਾਗਿਰਦ ਆਪਣੇ ਉਸਤਾਦ ਦੁਆਰਾ ਦੱਸੇ ਗਏ ਰਸਤੇ ਦੇ ਉੱਤੇ ਚੱਲਣ ਦੀ ਬਜਾਏ ਆਪਣੇ ਆਪ ਨੂੰ ਠੀਕ ਸਮਝਣ ਦਾ ਯਤਨ ਕਰਦਾ ਹੈ, ਉਹ ਕਦੇ ਵੀ ਜਿਹੜਾ ਹੈਗਾ ਸਫਲ ਨਹੀਂ ਹੋ ਸਕਦਾ। ਸਾਡੀ ਵੀ ਬਦਕਿਸਮਤੀ ਇਹ ਹੈ ਕਿ ਅਸੀਂ ਗੁਰੂ ਦੇ ਕੋਲ ਆਉਂਦੇ ਜ਼ਰੂਰ ਹਾਂ, ਪਰ ਅਸੀਂ ਗੁਰੂ ਨੂੰ ਆਪਣੀ ਮੱਤ ਮੁਤਾਬਕ ਢਾਲਣ ਦਾ ਯਤਨ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਗਲਤ ਨਹੀਂ ਮੰਨਣ ਲਈ ਤਿਆਰ ਕਿ ਮੈਂ ਇੱਥੇ ਗਲਤ ਹਾਂ। ਜਿਸ ਦਿਨ ਅਸੀਂ ਇਹ ਮੰਨਣ ਲਈ ਤਿਆਰ ਹੋ ਗਏ ਕਿ ਮੈਂ ਇੱਥੇ ਗਲਤ ਹਾਂ, ਫਿਰ ਉਸ ਦਿਨ ਅਸੀਂ ਸੁਧਰਨ ਦੀ ਵੀ ਸਾਡੀ ਉਮੀਦ ਹੋ ਜਾਏਗੀ। ਬੰਦੇ ਦੀ ਬਦਕਿਸਮਤੀ ਹੈ, ਬੰਦਾ ਸੁਧਰਨ ਦੀ ਬਜਾਏ, ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਆਪਣੇ ਆਪ ਨੂੰ ਠੀਕ ਅਤੇ ਸਿਸਟਮ ਨੂੰ ਗਲਤ ਸਾਬਤ ਕਰਨ ਦਾ ਯਤਨ ਕਰਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਪਤਾ ਨਹੀਂ ਕਿੰਨੇ ਕੁ ਵਾਰ ਇਸ ਤਰ੍ਹਾਂ ਦੇ ਸਿਸਟਮ ਵਿੱਚ ਦੀ ਲੰਘਿਆ ਹੈਗਾ। ਇਹ ਅੱਜ ਨਹੀਂ, ਪਤਾ ਨਹੀਂ ਕਿੰਨੇ ਕੁ ਵਾਰ ਇਹ ਉਸਤਾਦ ਬਣ ਕੇ ਆਇਆ ਇਸ ਧਰਤੀ 'ਤੇ। ਉਸੇ ਹੀ ਚੱਲਦੇ ਹੋਏ ਜੀਵਨ ਦਾ ਹਿੱਸਾ ਆਹ ਜੀਵਨ ਹੈ, ਜਿਹੜਾ ਜੀਵਨ ਲੰਮੇ ਜੀਵਨਾਂ ਦੇ ਵਿੱਚੋਂ ਲੰਘ ਕੇ ਆ ਕੇ ਇਸ ਜੀਵਨ ਵਿੱਚ ਆਏ ਹਾਂ। ਇਹਦਾ ਮਤਲਬ 84 ਲੱਖ ਦੇ ਜੂਨ ਦੇ ਨਾਲ ਹਿਸਾਬ ਇਸ ਜੀਵਨ ਨੂੰ ਕਰੀਏ ਤਾਂ ਇਹ ਜੀਵਨ ਬਹੁਤ ਛੋਟਾ ਹੈ। ਜਿਹੜਾ ਨਿੱਕਾ ਜਿਹਾ ਜੀਵਨ ਹੈ, ਇਹਦਾ ਮਤਲਬ ਇਸ ਕਾਇਨਾਤ ਦੇ ਮੁਕਾਬਲਤਨ ਸਾਡੇ ਜੀਵਨ ਦਾ ਕੋਈ ਜਿਹੜਾ ਹੈਗਾ ਤੋਲ ਨਹੀਂ। ਇਹਦਾ ਅਰਥ ਅਸੀਂ ਇਸ ਧਰਤੀ ਦੇ ਆਸਰੇ ਹਾਂ, ਸਾਡੇ ਆਸਰੇ ਇਹ ਧਰਤੀ ਨਹੀਂ। ਇਹਦਾ ਮਤਲਬ ਅਸੀਂ ਇਸ ਕੁਦਰਤ ਦੇ ਆਸਰੇ ਹਾਂ, ਸਾਡੇ ਆਸਰੇ ਕੁਦਰਤ ਨਹੀਂ, ਕਿਉਂਕਿ ਸਾਡਾ ਵਜੂਦ ਬਹੁਤ ਛੋਟਾ ਹੈ।
ਜਿਵੇਂ ਇੱਕ ਰੁੱਖ ਦੇ ਉੱਤੇ ਇੱਕ ਪੰਛੀ ਬੈਠਾ ਹੋਵੇ, ਨਿੱਕਾ ਜਿਹਾ ਇੱਕ ਪਤੰਗਾ ਬੈਠਾ ਹੋਵੇ। ਉਹ ਪਤੰਗਾ ਰੁੱਖ ਦੇ ਆਸਰੇ ਨਾਲ ਬੈਠਾ ਹੈ, ਰੁੱਖ ਉਸ ਪਤੰਗੇ ਦੇ ਆਸਰੇ ਨਹੀਂ। ਇਹ ਕੁਦਰਤ ਬਹੁਤ ਵੱਡਾ ਰੁੱਖ ਹੈ, ਅਸੀਂ ਹਾਂ ਬਹੁਤ ਨਿੱਕੇ ਪਤੰਗੇ ਜਿਹੜੇ ਦਿਸਦੇ ਵੀ ਨਹੀਂ। ਇਹਦਾ ਮਤਲਬ ਕੁਦਰਤ ਨੇ ਸਾਨੂੰ ਆਪਣਾ ਆਸਰਾ ਦੇ ਕੇ ਤੋਰਿਆ ਹੋਇਆ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਬਾਬਾ ਕਬੀਰ ਸਾਹਿਬ ਇਹ ਕਹਿ ਰਹੇ ਨੇ, ਉਹ ਕਹਿੰਦੇ ਨੇ ਸਾਰੀ ਸਿਰਜਣਹਾਰ ਕੀ, ਇਹ ਜਿਹੜੀ ਕਾਇਨਾਤ ਸਾਜੀ ਗਈ ਨਾ ਉਹ ਸਿਰਜਣਹਾਰ ਦੀ ਸਾਜੀ ਹੋਈ ਹੈ, ਅਤੇ ਅਸੀਂ ਇਹਦਾ ਬਹੁਤ ਨਿੱਕਾ ਜਿਹਾ ਅੰਸ਼ ਹਾਂ, ਅਸੀਂ ਇਹਦੇ ਮਾਲਕ ਨਹੀਂ। ਫਿਰ ਜਿਹਨੇ ਸਾਜੀ ਹੋਈ ਹੈ ਕੁਦਰਤ, ਉਸ ਸਾਜੀ ਹੋਈ ਕੁਦਰਤ ਦੇ ਮੁਤਾਬਕ ਜੇ ਜੀਵਨ ਜਿਵਾਂਗੇ ਤਾਂ ਸੌਖੇ ਰਹਾਂਗੇ। ਅਸੀਂ ਉਹਦੇ ਵਿਰੋਧ ਵਿੱਚ ਜੀਵਨ ਜਿਉਂ ਕੇ ਕਦੇ ਸੌਖੇ ਨਹੀਂ ਰਹਿ ਸਕਦੇ। ਇਹ ਸਾਡਾ ਵਿਰੋਧ ਕਰਨ ਦਾ ਜਿਹੜਾ ਅੰਦਰ ਭਾਵ ਪ੍ਰਗਟ ਹੋ ਗਿਆ ਨਾ, ਉਹੀ ਸਾਨੂੰ ਅੰਦਰੋਂ ਸਾੜ ਰਿਹਾ ਹੈ। ਕਹਿਣ ਲੱਗੇ ਇਹਦੇ ਵਾਸਤੇ ਨੁਕਤਾ ਕੀ ਸਭ ਤੋਂ ਵਧੀਆ, ਉਹ ਕਹਿੰਦੇ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ। ਉਹ ਮਾਲਕ ਆਪ ਜਾਣਦਾ। ਇੱਕ ਗੱਲ ਤਾਂ ਇਹ ਪ੍ਰਵਾਨ ਕਰ ਲਓ ਕਿ ਜੋ ਕੁਝ ਹੈ ਉਹ ਜਾਣਨ ਵਾਲਾ ਹੈ, ਕੀ ਗਲਤ ਹੈ ਕੀ ਸਹੀ ਹੈ ਉਹਦੇ ਹੁਕਮ ਦੇ ਉੱਤੇ, ਅਤੇ ਆਪਣੇ ਆਪ ਨੂੰ ਉਹਦਾ ਦਾਸ, ਆਪਣੇ ਆਪ ਨੂੰ ਉਹਦਾ ਇੱਕ ਹਿੱਸਾ ਸਾਬਿਤ ਕਰ ਲਓ ਕਿ ਮੈਂ ਉਹਦਾ ਇੱਕ ਹਿੱਸਾ ਹਾਂ, ਮੇਰੀ ਕੋਈ ਵੱਖਰੀ ਹੋਂਦ ਨਹੀਂ, ਮੇਰਾ ਕੋਈ ਵੱਖਰਾ ਵਜੂਦ ਨਹੀਂ। ਉਹਨੇ ਆਪਣੇ ਵਿੱਚੋਂ ਮੈਨੂੰ ਪ੍ਰਗਟ ਕੀਤਾ ਹੈ ਅਤੇ ਉਹਨੇ ਆਪਣੇ ਵਿੱਚ ਹੀ ਮੈਨੂੰ ਮਿਲਾ ਲੈਣਾ। ਜਿਵੇਂ ਇੱਕ ਪਾਣੀ ਦੇ ਉੱਤੇ ਤੈਰਦਾ ਹੋਇਆ ਇੱਕ ਪੱਤਾ, ਉਹ ਚੱਲਦੇ ਹੋਏ ਪਾਣੀ ਨਾਲ ਉਸ ਦਾ ਵਜੂਦ ਹੈ। ਜੇ ਪਾਣੀ ਰੁਕ ਜਾਏਗਾ ਤਾਂ ਪੱਤਾ ਵੀ ਰੁਕ ਜਾਏਗਾ, ਪਾਣੀ ਦੀ ਘੁੰਮਣ ਘੇਰੀ ਬਣੇਗੀ ਅਤੇ ਪੱਤਾ ਵੀ ਉਸ ਘੁੰਮਣ ਘੇਰੀ ਵਿੱਚ ਚਲਾ ਜਾਏਗਾ। ਪਾਣੀ ਸੁੱਕ ਜਾਏਗਾ ਅਤੇ ਪੱਤਾ ਵੀ ਸੁੱਕ ਜਾਏਗਾ, ਪਾਣੀ ਵਗਦਾ ਰਹੇਗਾ ਅਤੇ ਪੱਤਾ ਵਗਦਾ ਰਹੇਗਾ। ਅਸੀਂ ਉਸ ਵਗਦੇ ਹੋਏ ਪੱਤੇ ਵਰਗੇ ਹਾਂ ਜਿਹੜਾ ਪਾਣੀ ਦੇ ਉੱਤੇ ਤੈਰ ਰਿਹਾ ਹੈ। ਪਾਣੀ ਦੇ ਵਹਾਅ ਨਾਲ ਹੀ ਸਾਡੀ ਗਤੀ ਹੈ, ਪਾਣੀ ਦੇ ਵਹਾਅ ਨਾਲ ਹੀ ਸਾਡਾ ਰੁਕਣਾ ਹੈ, ਪਾਣੀ ਦੇ ਵਹਾਅ ਨਾਲ ਹੀ ਸਾਡਾ ਡੁੱਬਣਾ ਹੈ। ਅਸੀਂ ਉਸ ਕਾਇਨਾਤ ਦੇ ਵਗਦੇ ਹੋਏ ਇਸ ਵਹਿਣ ਦੇ ਪੱਤੇ ਹਾਂ। ਇਸ ਵਹਿਣ ਦੇ ਵਹਾਅ ਨਾਲ ਹੀ ਸਾਡਾ ਜੀਵਨ ਹੈ, ਇਸ ਵਹਿਣ ਦੇ ਵਹਾਅ ਨਾਲ ਹੀ ਸਾਡਾ ਰੁਕਣਾ ਹੈ। ਇਸ ਵਹਿਣ ਦੇ ਵਹਾਅ ਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ ਅਤੇ ਇਸ ਵਹਾਅ ਦੇ ਵਿੱਚ ਇੱਕ ਦਿਨ ਸਮਾਪਤ ਹੋ ਜਾਣਾ ਹੈ। ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਸ ਦਿਨ ਜੀਵਨ ਚੱਲੇਗਾ, ਉਸ ਦਿਨ ਕਹਿਣ ਲੱਗੇ ਜਾਣਦਾ ਉਹ ਆਪ ਹੈ, ਜੀਵਨ ਦੀ ਆਰੰਭਤਾ ਕੀ ਹੈ, ਜੀਵਨ ਦਾ ਸਮਾਪਨ ਕੀ ਹੈ, ਜੀਵਨ ਦੀ ਉਤਪਤੀ ਕੀ ਹੈ। ਹਾਂ ਕਹਿਣ ਲੱਗੇ ਉਹਦੇ ਹੁਕਮ ਦੇ ਵਿੱਚ ਜੀਵਨ ਜਦੋਂ ਚਲਾ ਜਾਏਗਾ ਤਾਂ ਜੀਵਨ ਸੁਖੀ ਹੋ ਜਾਏਗਾ, ਸੰਸਾਰ ਦੀਆਂ ਵਿਕਾਰਾਂ ਦੀਆਂ ਲਪਟਾਂ ਤੋਂ ਬਚ ਜਾਏਗਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਤਾਈਆਂ ਦੇ ਲਿਖੇ ਮਨ ਦੇ ਜਾਚਕ ਭੁੱਲਾਂ ਸਾਡੀਆਂ